ਨਿਰੰਤਰ ਇਸ ਵਿਚਾਰ ਨਾਲ ਸਾਂਝ ਬਣਾ ਰਹੇ ਨੇ। ਆਪਾਂ ਵਿਚਾਰ ਦੀ ਆਰੰਭਤਾ ਕਰੀਏ। ਕੱਲ੍ਹ ਤੱਕ ਸਾਹਿਬ ਦੀ ਕਿਰਪਾ ਨਾਲ 84 ਬੰਦ ਇਸ ਪਾਵਨ ਬਾਣੀ ਦੇ ਆਪਾਂ ਸਾਂਝੇ ਕੀਤੇ ਸਨ। ਆਓ ਸਤਿਗੁਰ ਕਿਰਪਾ ਕਰਨ, ਸਾਡੇ ਸਾਰਿਆਂ ਦੇ ਹਿਰਦੇ 'ਚ ਗੁਰਦੇਵ ਦਾ ਪੜ੍ਹਿਆ ਸੁਣਿਆ ਬੋਲ ਵਰਤ ਜਾਏ। ਪਿਆਰ ਸ਼ਰਧਾ ਵਿਰਾਗ ਨਾਲ ਸਾਰੇ ਆਖੋ ਜੀ, ਸਤਨਾਮ ਸ਼੍ਰੀ ਵਾਹਿ। ਫਿਰ ਆਖੋ, ਸਤਨਾਮ ਸ਼੍ਰੀ ਵਾਹਿਗੁਰੂ। ਆਪ ਰੂਪ ਅਮੀਕ ਅਨ ਉਸਤਤ। ਆਪ ਵੈਸੇ ਸੰਸਕ੍ਰਿਤ ਦਾ ਸ਼ਬਦ ਹੈ ਵੀ, ਜਿਹੜਾ ਆਤਮ ਤੋਂ ਪੈਦਾ ਹੋਇਆ, ਜਿਸ ਦਾ ਅਰਥ ਹੈ ਆਪਣਾ ਅਸਲਾ ਆਤਮ ਸਰੂਪ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੀ ਮਹਾਨ ਇਹ ਬਖਸ਼ਿਸ਼ ਮਿਹਰਾਮਤ ਕਰਦੇ ਨੇ ਇਹਨਾਂ ਪਾਵਨ ਅੰਮ੍ਰਿਤ ਬੋਲਾਂ ਦੇ ਅੰਦਰ। ਗੁਰਦੇਵ ਕਹਿੰਦੇ, ਵਾਹਿਗੁਰੂ ਆਪਣਾ ਆਤਮ ਸਰੂਪ ਤੂੰ ਆਪਣੇ ਆਪ ਤੋਂ ਆਪ ਹੀ ਪੈਦਾ ਕੀਤਾ ਹੈ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਵੈਸੇ ਆਪਾਂ ਨਿਰਗੁਣ ਸਰਗੁਣ ਦੀ ਗੱਲ ਕਰਦੇ ਹਾਂ। ਇਹ ਨਿਰਗੁਣ ਸਰਗੁਣ ਉਦੋਂ ਹੈ ਜਦੋਂ ਇਹ ਰਚਨਾ ਹੈ। ਗੁਰਦੇਵ ਨੇ ਇੱਕ ਹੋਰ ਰੂਪ ਦਾ ਜ਼ਿਕਰ ਕੀਤਾ ਹੈ। ਆਪਾਂ ਜਦੋਂ ਪੜ੍ਹਦੇ ਹਾਂ ਨਿਰਗੁਣ ਸਰਗੁਣ ਦੀ ਗੱਲ, ਉੱਥੇ ਗੁਰਦੇਵ ਨੇ ਸੁੰਨ ਸਮਾਧੀ ਆਪ ਦਾ ਜ਼ਿਕਰ ਕੀਤਾ ਹੈ। ਗੁਰਦੇਵ ਕਹਿੰਦੇ ਨਿਰਗੁਣ ਸਰਗੁਣ ਦੀ ਅਵਸਥਾ ਹੈ ਜਦੋਂ ਆ ਸ੍ਰਿਸ਼ਟੀ ਹੈ, ਭਾਵ ਆ ਵੇਖ ਰਹੇ ਹਾਂ ਜੋ ਇਹਦੇ ਵਿੱਚ ਉਹਦੀ ਜੀਵਨ ਸੱਤਾ ਵਰਤ ਰਹੀ ਹੈ। ਅਤੇ ਇੱਕ ਉਹ ਅਵਸਥਾ ਜਿੱਥੇ ਇਹ ਸਿਰਜਣਾ ਨਹੀਂ ਸੀ ਹੋਈ, ਕੋਈ ਆਕਾਰ ਨਹੀਂ, ਕੋਈ ਵਜੂਦ ਨਹੀਂ। ਅਰਬਦ ਨਿਰਬਦ ਧੁੰਦੂਕਾਰਾ, ਧਰਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਗਾ। ਜਿਹਨੂੰ ਸਾਹਿਬ ਨੇ ਨਿਰਗੁਣ ਆ ਸਰਗੁਣ ਅਵਸਥਾ ਹੈ, ਬਾਹਰੀ ਨਿਰਗੁਣ, ਉਸ ਤੋਂ ਅੰਦਰ ਜਿਹੜੀ ਜੀਵਨ ਸੱਤਾ ਚੱਲ ਰਹੀ ਹੈ। ਪਹਿਲਾਂ ਵੀ ਬੇਨਤੀ ਕੀਤੀ ਸੀ, ਸਰੀਰ ਸਰਗੁਣ ਹੈ, ਸਮਝਣ ਵਾਸਤੇ ਆਤਮਾ ਨਿਰਗੁਣ ਹੈ, ਜੋ ਵੇਖਣ 'ਚ ਨਹੀਂ ਆਉਂਦੀ ਪਰ ਮਹਿਸੂਸ ਜ਼ਰੂਰ ਹੋ ਰਹੀ ਹੈ, ਤਾਂ ਹੀ ਆਪਾਂ ਬੋਲਦੇ ਸੁਣਦੇ ਹਾਂ। ਇੱਕ ਉਹ ਅਵਸਥਾ ਜਿਹਨੂੰ ਸਾਹਿਬ ਜੀ ਨੇ ਸੁੰਨ ਸਮਾਧ ਕਿਹਾ ਹੈ, ਜਿੱਥੇ ਕੋਈ ਸਿਰਜਣਾ ਨਹੀਂ। ਜਦੋਂ ਸਿਰਜਣਾ ਨਹੀਂ ਹੋਏਗੀ, ਉਦੋਂ ਮਾਲਕ ਤੇਰੀ ਸੁੰਨ ਸਮਾਧ ਦੀ ਅਵਸਥਾ ਹੋਏਗੀ। ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ। ਤੋ ਗੁਰਦੇਵ ਕਹਿੰਦੇ ਇਸ ਵਾਸਤੇ ਵਾਹਿਗੁਰੂ ਕੋਈ ਨਹੀਂ ਅਸੀਂ ਨਿਰਧਾਰਿਤ ਕਰ ਸਕਦੇ ਤੇਰੇ ਸਰੂਪ ਨੂੰ, ਕਿਉਂਕਿ ਆਪਣੇ ਆਪ ਦੇ ਵਿੱਚ ਤੂੰ ਆਪ ਹੀ ਹੈ। ਆਪ ਰੂਪ ਅਮੀਕ ਦਾ ਅਰਥ ਹੁੰਦਾ ਹੈ ਬਹੁਤ ਡੂੰਘਾ, ਬਹੁਤ ਗਹਿਰਾ, ਜਿਹਦਾ ਥਾਂ ਨਹੀਂ ਕਿਸੇ ਨੇ ਪਾਇਆ। ਹਾਂ, ਇੱਕ ਤੇ ਉਹ ਸਨ ਜਿਹੜੇ ਕਹਿੰਦੇ ਸਨ, ਜੇ ਆਪਾਂ ਸ਼੍ਰੇਣੀਆਂ ਦੀ ਗੱਲ ਕਰੀਏ, ਇੱਕ ਉਹ ਸ਼੍ਰੇਣੀ ਹੈ ਜਿਹੜੀ ਉਸ ਪਾਸੇ ਤੁਰਦੀ ਨਹੀਂ, ਉਹ ਤੁਰੇ ਹੀ ਨਹੀਂ ਬਿਲਕੁਲ। ਦੂਸਰੇ ਉਹ ਸਨ ਜਿਹੜੇ ਤੁਰੇ, ਕਹਿੰਦੇ ਕਿੱਧਰ ਚੱਲੇ? ਉਹ ਕਹਿੰਦੇ ਰੱਬ ਨੂੰ ਲੱਭਣ ਚੱਲੇ, ਉਹਦਾ ਅੰਤ ਪਾਉਣ ਚੱਲੇ। ਇੱਕ ਉਹ ਸਨ ਜਿਹਦੇ ਵਿੱਚ ਬੜੀਆਂ ਸ਼੍ਰੇਣੀਆਂ ਆ ਜਾਂਦੀਆਂ ਨੇ, ਜਿਹਦੇ 'ਚ ਪੰਡਤ ਗਿਆਨੀ ਲੋਕ ਵੀ ਆ ਜਾਂਦੇ ਨੇ, ਉਹ ਅੰਤ ਪਾਉਣਾ ਚਾਹੁੰਦੇ ਨੇ। ਇੱਕ ਉਹ ਸਨ ਜਿਹੜੇ ਸਭ ਤੋਂ ਸ਼੍ਰੋਮਣੀ, ਕਿੱਧਰ ਚੱਲੇ? ਉਹਦੇ 'ਚ ਸਮਾਉਣ ਚੱਲੇ ਆ ਭਗਤ ਰੱਬ ਦੇ ਪਿਆਰੇ। ਤੁਰੇ ਅੰਤ ਪਾਉਣ ਨਹੀਂ ਤੁਰੇ, ਉਹਦੇ 'ਚ ਲੀਨ ਹੋਣ ਵਾਸਤੇ ਤੁਰੇ। ਆਪਾਂ ਵੀ ਇਸੇ ਤਰ੍ਹਾਂ ਗੁਰੂ ਰਾਹੀਂ ਸਿੱਖ ਜੋ ਵੀ ਸਾਧਨਾ ਕਰਦਾ ਹੈ, ਇਹ ਨਾ ਕਿ ਉਹ ਵੀ ਰੱਬ ਦਾ ਭੇਦ ਪਾਲਿਆ। ਕਈ ਵਾਰ ਆਪਾਂ ਸ਼ਬਦ ਵਰਤੇ ਹਾਂ, ਉਹਦਾ ਅਭੇਦ ਦਾ ਕੋਈ ਭੇਦ ਨਹੀਂ ਪਾ ਸਕਦਾ। ਹਾਂ, ਡੁੱਬਿਆ ਜਾ ਸਕਦਾ ਹੈ ਉਹਦੇ 'ਚ। ਕਈ ਰੱਬ ਦੇ ਪਿਆਰੇ ਉਹਦੇ 'ਚ ਲੀਨ ਜ਼ਰੂਰ ਹੋਏ ਨੇ। ਸੋ ਸਭ ਤੋਂ ਸ੍ਰੇਸ਼ਟ ਜਿਹੜੇ ਤੁਰੇ ਫਿਰ ਮੁੜੇ ਨਹੀਂ, ਉਹਦੇ 'ਚ ਹੀ ਲੀਨ ਹੋ ਗਏ। ਨਦੀਆਂ ਅਤੈ ਵਾਹ ਪਵੇਂ ਸਮੁੰਦ ਨਾ ਜਾਣੀਏ। ਉਹ ਜਿਵੇਂ ਉਹ ਵਹਿਣ ਸਮੁੰਦਰ 'ਚ ਹੀ ਰਲ ਗਿਆ, ਫਿਰ ਨਹੀਂ ਪਤਾ ਕਿਹੜੀ ਉਹ, ਕਿਹੜੀ ਉਹਦੀ ਹੱਦ, ਕਿਹੜਾ ਉਹਦਾ ਨਾਮ। ਅਤੇ ਗੁਰਦੇਵ ਕਹਿੰਦੇ ਇਸ ਵਾਸਤੇ ਵਾਹਿਗੁਰੂ ਬਹੁਤ ਤੂੰ ਡੂੰਘਾ ਹੈ, ਅਮੀਕ, ਬਹੁਤ ਗਹਿਰਾ।
ਅੱਗੇ ਬਚਨ ਕੀਤਾ ਅਨ ਉਸਤਤ। ਅੰਨ ਦਾ ਅਰਥ ਹੈ ਨਹੀਂ, ਉਸਤਤ ਦਾ ਅਰਥ ਆਪਾਂ ਕਰਾਂਗੇ ਵਡਿਆਈ। ਹਾਂ, ਕਰਨੀ ਜ਼ਰੂਰ ਹੈ ਵਡਿਆਈ। ਸਾਨੂੰ ਨਹੀਂ ਪਤਾ, ਗੁਰੂ ਉਹਦੀ ਵਡਿਆਈ ਸਾਨੂੰ ਦੱਸਦਾ। ਵੇਖੋ ਹੈ ਤੇ ਚਲੋ ਆਪਾਂ ਕਈ ਸੁਣੀ ਸੁਣਾਈ ਗੱਲ ਦੀ ਗੱਲ ਕਰੀਏ, ਗੁਰਦੇਵ ਕਹਿੰਦੇ ਸੁਣੀ ਸੁਣਾਈ ਗੱਲ ਵੀ ਮਾੜੀ ਨਹੀਂ ਜੇ ਉਹਦੇ 'ਤੇ ਵਿਸ਼ਵਾਸ ਕਰ ਲਈਏ। ਆਪਾਂ ਜਿੰਨੇ ਚਲੋ ਤੁਹਾਡੇ 'ਚੋਂ ਕੋਈ ਬਖਸ਼ੇ ਬੈਠੇ ਹੋਣਗੇ, ਆਪਾਂ ਸੁਣਦੇ ਹੀ ਆ ਨਾ, ਅਨੁਭਵ ਤੇ ਗੁਰੂ ਦਾ ਹੈ ਨਾ। ਜਾਪ ਸਾਹਿਬ ਚਲੋ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾ ਗੁਰੂ ਰਿਹਾ, ਆਪਾਂ ਤੇ ਸੁਣੀ ਸੁਣਾਈ ਗੱਲ ਸੁਣ ਰਹੇ ਹਾਂ। ਪਰ ਗੁਰਮੁਖੋ ਮਾੜਾ ਨਹੀਂ ਹੈ ਜੇ ਸੁਣ ਲਿਆ। ਤੇ ਸਤਿਗੁਰ ਕਹਿੰਦੇ ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਇੱਕ ਦਿਨ ਸੁਣਨ ਵਾਲਾ ਇੰਨਾ ਕੁ ਵਿਸ਼ਵਾਸ ਕਰ ਗਿਆ, ਫਿਰ ਉਹਦੇ 'ਚ ਡੁੱਬ ਗਿਆ। ਮਾੜਾ ਨਹੀਂ ਹੈ ਜੋ ਸੁਣ ਰਹੇ ਆ, ਉਹਦੇ ਪਿੱਛੇ ਤੁਰ ਪਿਆ ਜਿਹੜਾ। ਤੇ ਕਈਆਂ ਨੇ ਫਿਰ ਹੁੰਦਾ ਹੈ ਨਾ ਵੀ ਚਲੋ ਜਿਹੜਾ ਚੰਗਾ ਲੱਗਾ ਸੁਣ ਲਿਆ, ਜਿਹੜਾ ਨਹੀਂ ਲੱਗਾ ਉਹ ਦੂਜੇ ਵਾਸਤੇ ਹੁੰਦਾ ਹੈ। ਕਈ ਵਾਰ ਉਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ, ਅੱਜ ਮੇਰੇ ਸਾਹਿਬ ਨੇ ਚਿੱਟੇ ਬਸਤਰ ਸਜਾਏ ਨੇ, ਦਸਤਾਰ ਵੀ ਸੋਹਣੀ ਚਿੱਟੀ ਹੈ। ਮੇਰੇ ਸਤਿਗੁਰ ਦੇ ਨਾਲ 15-20 ਸਿੰਘ ਹੋਣਗੇ। ਸਤਿਗੁਰੂ ਤੁਰੇ ਦੁਪਹਿਰ ਦਾ ਪ੍ਰਸ਼ਾਦਾ ਛਕਣ ਤੋਂ ਬਾਅਦ, ਤੇ ਰਾਹ ਵਿੱਚ ਕੋਈ ਸਿੰਘ ਕਿਰਤੀ ਗੁਰੂ ਕਾਸੇ, ਗੁਰੂ ਵੀ ਕੋਈ ਢੰਗ ਵਰਤਦਾ। ਉਹ ਗਲੀ 'ਚ ਕੰਧ ਲਿੰਬ ਰਿਹਾ ਸੀ, ਛਿੱਟੇ ਸਤਿਗੁਰੂ ਦੇ ਚੋਲੇ ਤੇ ਪੈ ਗਏ। ਸਾਹਿਬ ਕਹਿੰਦੇ ਜਾਓ ਥੱਪੜ ਮਾਰੋ। ਹੁਣ ਜਿੰਨੇ ਸਨ ਸਾਰੇ ਭੱਜ ਗਏ। ਇੱਧਰ ਨੂੰ ਅਸੀਂ ਛੇਤੀ ਭੱਜਦੇ, ਮਾਫ਼ ਕਰ। ਜੇ ਜਪਜੀ ਸਾਹਿਬ ਦੀ ਵਿਚਾਰ ਦੀ ਗੱਲ ਆਈ, ਉਹ ਤੁਸੀਂ ਵੇਖਿਓ ਸਭਾ ਲੱਗਦੀ ਹੈ ਸਾਡੀ ਸਰਹੰਦ ਫਤਿਹਗੜ੍ਹ ਸਾਹਿਬ। ਟਕੂਏ ਖਰੀਦਣ ਵਾਲੇ ਜ਼ਿਆਦੇ ਹੁੰਦੇ ਨੇ, ਡਾਂਗਾ ਬਹੁਤਿਆਂ ਨੇ ਖਰੀਦੀਆਂ ਹੁੰਦੀਆਂ, ਗੁਟਕਾ ਕੋਈ ਵਿਰਲਾ ਖਰੀਦਦਾ। ਤੁਸੀਂ ਵੇਖਿਓ ਉਹ ਟਕੂਏ ਖਰੀਦਦੇ ਆ, ਗੰਡਾਸੇ ਖਰੀਦੇ ਹੋਣਗੇ। ਉਹ ਬਾਣੀ ਦਾ ਪੋਥੀ ਕੋਈ ਭਾਗਾਂ ਵਾਲਾ, ਚਲੋ ਵੀ ਖੈਰ। ਉਹ ਸਾਹਿਬ ਨੇ ਕਿਹਾ ਥੱਪੜ ਮਾਰੋ, ਸਾਰੇ ਭੱਜ ਤੁਰੇ। ਤੇ ਸਤਿਗੁਰੂ ਜੀ ਨੇ ਕਿਹਾ ਵੀ ਮੈਂ ਤੇ ਇੱਕ ਨੂੰ ਕਿਹਾ ਸੀ। ਉਹ ਕਹਿੰਦੇ ਸਤਿਗੁਰੂ ਸਾਰੇ ਅਸੀਂ ਤੇਰੀ ਤੇ ਸਿੱਖ ਹਾਂ, ਸਭ ਵਾਸਤੇ ਫਰਮਾਨ। ਹੁਣ ਹੈ ਸੀ ਕਿਰਤੀ ਨੌਜਵਾਨ ਗਰੀਬੜਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਵੇਖੋ ਕਿਰਤੀ ਹੈ, ਨੌਜਵਾਨ ਹੈ, ਗਰੀਬੜਾ ਫਿਰ ਕੀ ਹੋਇਆ, ਕੋਈ ਉਹਨੂੰ ਧੀ ਦਾ ਰਿਸ਼ਤਾ ਦੇ। ਚੁੱਪ ਕਰ ਗਏ ਸਾਰੇ। ਹਾਂ, ਇਤਿਹਾਸ ਦੱਸਦਾ ਉਹਨਾਂ 'ਚੋਂ ਇੱਕ ਸੀ ਜਿਹਦੀ ਧੀ ਵਿਆਹਤਾ ਯੋਗ ਸੀ, ਤੇ ਜਿਹਨੇ ਕਿਹਾ ਸਤਿਗੁਰੂ ਤੁਸੀਂ ਵਿਚੋਲੇ ਬਣ ਰਹੇ ਹੋ, ਫਿਰ ਇਹਦੇ ਤੋਂ ਚੰਗਾ ਵਰ ਕਿਹੜਾ ਹੋਵੇ। ਬਾਕੀ ਸਾਰੇ ਮੁਕਰ ਗਏ ਸਨ। ਉਹ ਬਹੁਤ ਵਾਰ ਐਸਾ ਹੁੰਦਾ ਹੈ, ਉਹ ਜਿਹੜੀ ਮਤਲਬ ਦੀ ਗੱਲ ਹੈ, ਉਹ ਜੋ ਮੰਗੈ ਠਾਕੁਰ ਆਪਣੇ, ਤੇ 250-300 ਸ਼ਬਦ ਹੈ। ਮੈਂ ਕਹਿੰਦਾ ਇੱਕ ਸ਼ਬਦ ਹੀ ਬਹੁਤ ਹੈ ਗੁਰਮੁਖ ਪਿਆਰੇ, ਮਾੜਾ ਨਹੀਂ ਹੁੰਦਾ ਇੱਕ ਸ਼ਬਦ ਹੀ ਗੁਰੂ ਦਾ। ਪਰ ਜੇ ਆਪਾਂ ਆਪਣੀ ਮਾਨਤਾ 'ਚ ਵੱਜੇ ਹੋਏ ਬਾਰ-ਬਾਰ ਸੁਣ ਰਹੇ ਹਾਂ, ਫਿਰ ਜੀਵਨ ਨਹੀਂ ਬਦਲਦਾ। ਜਿੱਦਾਂ ਗੁਰੂ ਦਾ ਆਸ਼ਾ ਹੈ ਉੱਦਾਂ ਸੁਣ ਲਈਏ, ਜੀਵਨ ਜ਼ਰੂਰ ਬਦਲ ਜਾਏਗਾ। ਜੇ ਆਪਣੀ ਮਾਨਤਾ 'ਚ ਵੱਜੇ ਹਾਂ, ਫਿਰ ਬੜਾ ਮੁਸ਼ਕਲ ਹੋ ਜਾਂਦਾ ਹੈ। ਤਾਂ ਗੁਰਮੁਖ ਪਿਆਰਿਓ, ਇਸ ਵਾਸਤੇ ਮੇਰੇ ਗੁਰਦੇਵ ਕਹਿੰਦੇ ਜਿਹੜੇ ਗਏ ਡੁੱਬ ਗਏ। ਤੇ ਜੇ ਆਪਾਂ ਸੁਣੀਏ ਗੁਰੂ ਕੋਲੋਂ, ਤੇ ਸੁਣਿਆ ਸੁਣਾਇਆ ਵੀ ਮਾੜਾ ਨਹੀਂ ਜੇ ਪੂਰਨ ਸੁਣ ਲਈਏ। ਇਹ ਨਹੀਂ ਜਿਹੜਾ ਚੰਗਾ ਲੱਗਾ ਉਹ ਸੁਣ ਲਿਆ, ਜਿਹੜਾ ਨਹੀਂ ਲੱਗਾ ਛੱਡ ਦਿੱਤਾ। ਸੁਣੀ ਸੁਣਾਈ ਗੱਲ ਵੀ ਜੀਵਨ ਦਾ ਉਧਾਰ ਕਰ ਦਿੰਦੀ ਹੈ, ਜੇ ਸੁਣੀ ਤੇ ਵਿਸ਼ਵਾਸ, ਜੇ ਉਹ ਹੋਏ ਗੁਰੂ ਦੀ ਬਾਤ, ਹੋਏ ਗੁਰੂ ਦੀ ਬਾਣੀ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਜਾਪ ਸਾਹਿਬ ਅਨੁਭਵ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਪਾਂ ਤੇ ਸੁਣ ਹੀ ਰਹੇ ਹਾਂ, ਪਰ ਸੁਣਦਿਆਂ ਸੁਣਦਿਆਂ ਸਤਿਗੁਰ ਫਰਮਾਇਆ ਕਾਰੀ ਇਹ ਕਰੇ ਹੋ, ਗੁਰੂ ਦੁਆਰਾ ਹੋਏ ਕੈ ਸਾਹਿਬ ਸੰਭਾਲਿਓ। ਕਦੇ ਉਹਦੀ ਯਾਦ ਹਿਰਦੇ ਸੰਭਾਲੀ ਜਾਏ। ਤੇ ਜੀਵਨ ਕਹਿ ਉੱਠੇ ਵਾਹਿਗੁਰੂ ਮੈਂ ਕਿੰਨਾ ਵੀ ਕਵਾਂ, ਪਰ ਤੂੰ ਕਹਿਣ ਵਿੱਚ ਨਹੀਂ ਆ ਸਕਦਾ। ਪਰ ਰੱਬ ਦਾ ਪਿਆਰਾ ਫਿਰ ਕਹਿਣਾ ਛੱਡਦਾ ਨਹੀਂ ਹੈ। ਆਖੀ ਜਾਂਦਾ ਹੈ, ਜਿਹਨੂੰ ਭਗਤ ਕਬੀਰ ਜੀ ਆਖਦੇ ਨੇ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਤੇ ਅਗਨ ਉਠੀ ਅਦਕਾਏ। ਵਾਹਿਗੁਰੂ ਕੈਸੀ ਪਿਆਸ ਹੈ, ਪੀ ਜਾਂਦੇ ਹਾਂ, ਪਿਆਸ ਬੁਝਦੀ ਨਹੀਂ, ਹੋਰ ਜੀ ਕਰੀ ਜਾ ਰਹੇ। ਸੋ ਜਿੱਥੇ ਰੱਬ ਦੇ ਪਿਆਰੇ ਉਸ ਅਵਸਥਾ 'ਚ ਨੇ, ਕਿਹਾ ਬਹੁਤ ਮਹਿਮਾ ਬੜੀ ਗਾਈ, ਕਬੂਲ ਕੀਤਾ ਅਨ ਉਸਤਤ, ਏਕ ਪੁਰਖ ਅਵਤੂਤ। ਅਵਤੂਤ ਦਾ ਅਰਥ ਹੈ ਜਿਵੇਂ ਇਹ ਸੰਨਿਆਸੀਆਂ ਵਾਸਤੇ
ਸਾਧੂਆਂ ਵਾਸਤੇ ਸ਼ਬਦ ਵਰਤਿਆ ਜਾਂਦਾ ਸੀ ਵੀ ਉਹ ਸਾਧੂ ਅਵਧੂਤ ਹੈ, ਭਾਵ ਬੰਧਨਾਂ ਤੋਂ ਰਹਿਤ, ਉਹ ਮਾਇਆ ਨਹੀਂ ਲੈਂਦਾ, ਉਹ ਘਰ-ਬਾਰ ਤੋਂ ਨਿਰਲੇਪ ਹੈ। ਇਹ ਸ਼ਬਦ ਪੁਰਾਣਾ ਵਰਤਿਆ ਜਾਂਦਾ ਸੀ। ਗੁਰਦੇਵ ਕਹਿੰਦੇ ਵਾਹਿਗੁਰੂ ਇੱਕ ਤੂੰ ਹੀ ਹੈ ਜਿਹੜਾ ਅਵਧੂਤ ਹੈ, ਜਿਸ ਨੂੰ ਮਾਇਆ ਦਾ ਕੋਈ ਬੰਧਨ ਨਹੀਂ। ਕਿੰਨਾ ਖਿਲਾਰਾ ਵਾਹਿਗੁਰੂ ਨੇ ਖਿਲਾਰਿਆ ਹੈ, ਪਰ ਕਿਤੇ ਸਤਿਗੁਰ ਕਹਿੰਦੇ ਰੰਚਕ ਮਾਤਰ ਵੀ ਉਹਨੇ ਕੋਈ ਦਾਵਾ ਨਹੀਂ ਕੀਤਾ। ਰੰਚਕ ਮਾਤਰ ਵੀ, ਵੱਡਾ ਦਾਤਾ ਤਿਲ ਨਾ ਤਮਾਏ, ਬਿਲਕੁਲ ਨਿਰਲੇਪ। ਤੇ ਏਕ ਪੁਰਖ ਅਵਧੂਤ, ਪੁਰਖ ਅਕਾਲ ਪੁਰਖ, ਪੁਰਖ ਵਿਆਪਕ, ਅਵਧੂਤ ਬੰਧਨਾਂ ਤੋਂ ਰਹਿਤ, ਗਰਭ ਗੰਜਨ। ਕੱਲ੍ਹ ਵੀ ਆਪਾਂ ਪੜ੍ਹਿਆ ਸੀ, ਹੰਕਾਰ ਨੂੰ ਤੋੜਨ ਵਾਲਾ। ਸੱਚ ਜਾਣਿਓ, ਜਿੱਡਾ ਜ਼ਿੰਦਗੀ 'ਚ ਹੰਕਾਰ ਵੱਧ ਜਾਏ ਨਾ, ਰੱਬ ਉਹਦਾ ਛੋਟਾ ਹੋ ਜਾਂਦਾ ਹੈ। ਤੇ ਮੈਂ ਬੇਨਤੀ ਕਰਾਂ, ਵੱਡਾ ਛੋਟਾ ਵੈਸੇ ਹੁੰਦਾ ਨਹੀਂ, ਹੰਕਾਰੀ ਦੀ ਜ਼ਿੰਦਗੀ ਦੇ ਅੰਦਰ ਜਿੱਡਾ ਹੰਕਾਰ ਵੱਡਾ ਹੋ ਗਿਆ, ਰੱਬ ਓਨਾ ਛੋਟਾ ਹੋ ਗਿਆ। ਤੁਸੀਂ ਹਰਨਾਕਸ਼ ਦਾ ਜੀਵਨ ਵੇਖੋ, ਰੱਬ ਹੈ ਹੀ ਨਹੀਂ ਉਹਦੇ ਜੀਵਨ 'ਚ। ਚਲੋ ਪੈਂਦੇ ਖਾਂ ਦਾ ਜੀਵਨ ਪੜ੍ਹ ਲਓ, ਕਹਿੰਦਾ ਸਤਿਗੁਰੂ ਮੈਂ ਨਾ ਹੁੰਦਾ ਤੁਸੀਂ ਜੰਗ ਹੀ ਨਹੀਂ ਜਿੱਤ ਸਕਦੇ। ਪਹਿਲੋਂ ਸੀ ਗੁਰੂ, ਪਰ ਜਿਉਂ ਹੰਕਾਰ ਦੀ ਲਲਕਾਰ ਵੱਜੀ, ਗੁਰੂ ਚਲਾ ਗਿਆ ਜੀਵਨ 'ਚ। ਸਾਹਿਬ ਕਹਿੰਦੇ ਪੈਂਦੇ ਖਾਂ ਤੂੰ ਘਰ ਚਲਾ ਜਾ, ਜੰਗ ਅਸੀਂ ਆਪੇ ਜਿੱਤ ਲਾਂਗੇ। ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਕਬੂਲ ਕਰ ਲਿਆ ਪਹਿਲੋਂ, ਮਾਲਕ ਤੇਰੇ ਕੋਲ ਕਲਾ ਸਮਰੱਥਾ ਹੈ, ਵੱਡਿਆਂ ਵੱਡਿਆਂ ਦੇ ਹੰਕਾਰ ਟੁੱਟ ਗਏ, ਚੂਰ ਹੋ ਗਏ। ਜਿਹੜੇ ਕਹਿੰਦੇ ਸੀ ਨਾ, ਆ ਧੀ ਸੀ ਜੇਬੁਲ ਨਿਸ਼ਾ, ਔਰੰਗਜ਼ੇਬ ਦਾ ਅਖੀਰੀ ਵਕਤ ਜਦੋਂ ਨੇ ਕਬੂਲ ਕੀਤਾ ਸੀ, ਹੇ ਖੁਦਾ ਪਤਾ ਨਹੀਂ ਕਿੰਨੇ ਗੁਨਾਹ ਹੋਏ ਨੇ, ਅੱਜ ਅੱਖਾਂ 'ਚੋਂ ਅਥਰੂ ਸਨ। ਤੇ ਪੁੱਛਿਆ ਸੀ ਧੀ ਜ਼ੇਬੁਲ ਨਿਸ਼ਾ ਨੇ, ਅੱਬਾ ਆ ਕੀ? ਮੰਦਰ ਢਾਏ, ਪੀਰ ਗੁਰੂ ਕਿੰਨੇ ਤੁਸੀਂ ਮਾਰੇ ਨੇ, ਕਿੰਨਾ ਕੁਝ ਉਜੜਿਆ ਹੋਏਗਾ, ਕਿੰਨੀਆਂ ਕਲਕਾਰੀਆਂ ਤੁਸੀਂ ਸੁਣੀਆਂ ਹੋਣਗੀਆਂ, ਪਰ ਅੱਖ 'ਚੋਂ ਅਥਰੂ ਨਹੀਂ ਆਇਆ ਹੋਣਾ। ਅੱਬਾ ਅੱਜ ਕਿਉਂ ਅੱਖ ਰੋਈ ਹੈ? ਕਹਿਣ ਲੱਗਾ ਧੀਏ ਵੇਖ, ਅੱਜ ਮੇਰਾ ਸਰੀਰ ਹੀ ਮੇਰੇ ਵੱਸ ਨਹੀਂ। ਨੌਕਰ ਸੀ, ਸੇਵਕ ਸੀ ਉਹਦਾ ਇੱਕ, ਉਹ ਉਠਾਉਂਦਾ ਸੀ, ਮੂੰਹ ਨਾਲ ਕੋਈ ਚੀਜ਼ ਲਾ ਲਈ, ਖਾ ਲਈ, ਪੀ ਲਈ। ਕਹਿਣ ਲੱਗਾ ਅੱਜ ਮੈਂ ਦੁਨੀਆ ਵਿੱਚ ਆਪਣੇ ਆਪ ਤੋਂ ਆਪ ਹੀ ਹਾਰ ਗਿਆ, ਸਭ ਤੋਂ ਹਾਰਿਆ ਹੋਇਆ ਮਨੁੱਖਾਂ, ਮੇਰਾ ਸਰੀਰ ਹੀ ਮੇਰੇ ਆਖੇ ਨਹੀਂ ਲੱਗ ਰਿਹਾ। ਬੜਾ ਹੰਕਾਰ ਸੀ ਨਾ। ਮੈਂ ਔਰੰਗਜ਼ੇਬ ਦਾ ਅਰਥ ਹੁੰਦਾ ਤਖਤ ਦਾ ਸ਼ਿੰਗਾਰ। ਬੜਾ ਮਾਣ ਸੀ ਕਿ ਤਖਤ ਮੇਰੇ ਵਾਸਤੇ ਹੀ ਹੈ, ਸ਼ਿੰਗਾਰ ਮੇਰਾ ਹੀ ਹੈ। ਆਖਰ ਨੂੰ ਰੋਂਦਾ ਗਿਆ। ਕਿੰਨਿਆਂ ਦਾ ਹੰਕਾਰ ਟੁੱਟ ਗਿਆ ਵਾਹਿਗੁਰੂ ਦੇ ਹੁਕਮ ਦੇ ਅੰਦਰ। ਤੇ ਜਿਹੜੇ ਨਿਰਹੰਕਾਰੀ ਹੋਏ ਬੜਾ ਸੁੱਖ ਮਾਣਿਆ। ਜਿਹੜੇ ਬਿਲਕੁਲ, ਜਿਨ੍ਹਾਂ ਦੇ ਅੰਦਰ ਉਹ ਨਿਮਰਤਾ ਦਾ ਭਾਵ ਜੀਵਨ 'ਚ ਵਰਤਿਆ, ਉਹਨਾਂ ਨੇ ਰੱਬੀ ਰਜ਼ਾ ਨੂੰ, ਉਹਦੀ ਸਿਫਤ ਨੂੰ, ਆਪਣੇ ਮਿਲੇ ਹੋਏ ਇਸ ਅਵਸਰ ਨੂੰ ਮਾਣਿਆ। ਵਾਹਿਗੁਰੂ ਗਰਭ ਗੰਜਨ, ਹੰਕਾਰ ਤੋੜਨ ਵਾਲਾ ਹੈ, ਸਰਬ ਭੰਜਨ, ਸਾਰਿਆਂ ਨੂੰ ਤੂੰ ਭੰਨ ਕੇ ਰੱਖ ਦਿੰਦਾ, ਤੋੜ ਦਿੰਦਾ। ਬਣਾਇਆ ਵੀ ਹੈ, ਜਨਮ ਉਹਦੇ ਹੁਕਮ 'ਚ ਹੈ, ਮਰਨ ਵੀ ਉਹਦੇ ਹੁਕਮ 'ਚ ਵਰਦਾ ਹੈ। ਸਤਿਗੁਰ ਕਹਿੰਦੇ ਕਿਰਸਾਨ ਹੈ, ਕਿੰਨੀ ਮਿਹਨਤ ਕਰਦਾ ਹੈ, ਖੇਤੀ ਬੀਜਦਾ ਹੈ, ਤੇ ਬੀਜ ਕੇ ਪਾਲ ਕੇ ਫਿਰ ਦਾਤਰੀਆਂ ਲੈ ਕੇ ਵੱਢ ਵੀ ਲੈਂਦਾ। ਤੇ ਕਿਸਾਨ ਦੀ ਮਰਜ਼ੀ ਹੈ, ਕੱਚੀ ਵੱਢ ਲੈ ਪੱਕੀ ਵੱਢੇ। ਜੈਸੇ ਕਿਰਸਾਨ ਬੋਵੈ ਕਿਰਸਾਣੀ, ਕਾਚੀ ਪਾਕੀ ਬਾੜ ਪੁਰਾਣੀ, ਜੋ ਜਨਮੈ ਸੋ ਜਾਣੋ ਮੂਆ। ਪਰ ਨਾਲ ਹੀ ਸਾਹਿਬ ਕਹਿੰਦੇ ਗੋਬਿੰਦ ਭਗਤ ਅਸਥਿਰ ਹੈ ਥੀਰ। ਜੇ ਦੀ ਸੁਰਤ, ਕਿਉਂਕਿ ਕੱਲ੍ਹ ਵੀ ਬੇਨਤੀ ਕੀਤੀ ਸੀ, ਕਾਲ ਦਾ ਬਾਰਡਰ ਹੈ, ਜਿੱਥੋਂ ਤੱਕ ਤੱਤ ਨੇ ਸਾਡਾ ਸਰੀਰ ਹੈ, 5 ਤੱਤਾਂ ਤੱਕ ਹੈ ਇਹਦਾ। ਇਹਦੇ ਤੋਂ ਅੱਗੇ ਫਿਰ ਇਹਦਾ ਪ੍ਰਭਾਵ ਨਹੀਂ ਪੈਂਦਾ। ਫਿਰ ਗੋਬਿੰਦ ਭਗਤ ਅਸਥਿਰ ਹੈ ਥੀਰ। ਰੱਬ ਦਾ ਪਿਆਰਾ ਉਹਦੇ 'ਚ ਹੀ ਸਮਾ ਗਿਆ। ਤੇ ਵਾਹਿਗੁਰੂ ਤੇਰੀ ਕਲਾ ਹੈ ਸਰਬ ਭੰਜਨ, ਆਦ ਰੂਪ ਅਸੂਤ। ਅਸੂਤ ਜਿਹਨੂੰ ਆਪਾਂ ਕਹਿੰਦੇ ਪ੍ਰਸੂਤ ਹੋਣਾ, ਜੰਮਣਾ। ਇਸ ਜਿਹਨੂੰ ਸ਼ਬਦ ਆਉਂਦਾ ਸੂਤਕ, ਆਪਾਂ ਸ਼ਬਦ ਵਰਤਦੇ ਹਾਂ ਨਾ ਸੂਤਕ, ਬਾਣੀ 'ਚ ਆਉਂਦਾ ਸੂਤਕ। ਉਹਦਾ ਅਰਥ ਹੁੰਦਾ ਹੈ ਜੋ ਜੰਮਣ ਸਮੇਂ ਦੀ ਅਪਵਿੱਤਰਤਾ ਮੰਨੀ ਗਈ ਸੀ। ਗੁਰੂ ਨੇ ਤਾਂ ਨਹੀਂ ਮੰਨੀ ਵੈਸੇ,
ਸੋ ਸੂਤ ਦਾ ਅਰਥ ਹੈ ਜਨਮ ਲੈਣਾ, ਤੇ ਇਹਦੇ ਅੱਗੇ ਐੜਾ ਲੱਗਾ ਹੈ, ਇਹਦਾ ਅਰਥ ਹੋ ਗਿਆ ਜਨਮ ਤੋਂ ਰਹਿਤ। ਹੁਣ ਸ਼ਬਦ ਤੁਹਾਡੀ ਪਕੜ 'ਚ ਆ ਜਾਏਗਾ, ਅਰਥ ਯਾਦ ਰਹਿਣਗੇ। ਸੋ ਆਦ ਰੂਪ ਅਸੂਤ, ਜਿਹਦੀ ਹਸਤੀ ਜਿਹਦਾ ਸਰੂਪ ਸਾਹਿਬ ਜੀ ਕਹਿੰਦੇ ਮੁੱਢ ਤੋਂ ਹੈ, ਸਦੀਵੀ ਹਸਤੀ ਵਾਲਾ ਹੈ ਵਾਹਿਗੁਰੂ, ਤੇ ਜਿਸ ਦਾ ਕਦੇ ਜਨਮ ਨਹੀਂ ਹੁੰਦਾ। ਅੰਗਹੀਨ, ਉਹਦੇ ਸਾਡੇ ਵਰਗੇ ਖਾਸ ਅੰਗ ਨਹੀਂ। ਹੀਣ ਦਾ ਅਰਥ ਹੈ ਨਹੀਂ, ਭਾਵ ਉਹ ਖਾਸ ਅੰਗਾਂ ਦਾ ਬੱਝਾ ਹੋਇਆ ਨਹੀਂ ਹੈ। ਵੀ ਆਪਾਂ ਕਦੇ ਸੋਚੀਏ ਵੀ ਬੰਦੇ ਦੀਆਂ 2 ਬਾਹਾਂ ਚਲੋ ਰੱਬ ਦੀਆਂ 4 ਬਣਾ ਦਈਏ, ਆਪਾਂ ਇੱਦਾਂ ਹੀ ਕੀਤਾ ਵੀ ਬੰਦਾ ਚਲੋ ਘੋੜੇ 'ਤੇ ਚੜ੍ਹਦਾ, ਰੱਬ ਨੂੰ ਚਲੋ ਸ਼ੇਰ 'ਤੇ ਚੜ੍ਹਾ ਦਈਏ। ਫਿਰ ਬੰਦੇ ਨੇ ਬੜਾ ਕੁਝ ਬਣਾਤਾ, ਚਿੱਤਰਤਾ, ਘੜਤਾ, ਵੇਖਦੇ ਹੀ। ਤੇ ਸਤਿਗੁਰ ਨੇ ਪਹਿਲੋਂ ਹੀ ਪੂਰਨ ਮਨਾਹੀ ਕੀਤੀ, ਵਾਹਿਗੁਰੂ ਵਾਸਤੇ ਵੀ ਤੇ ਆਪਣੇ ਵਾਸਤੇ ਵੀ। ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਟ ਮੈਂ ਪਰ ਹੈ। ਕਿਉਂਕਿ ਗੁਰੂ ਜੀ ਕਹਿੰਦੇ ਮੈਂ ਵੀ ਨਹੀਂ ਚਾਹੁੰਦਾ ਵੀ ਮੈਂ ਤੇਰੇ ਤੇ ਰੱਬ ਦੇ ਵਿਚਕਾਰ ਆ ਜਾਵਾਂ। ਤੇ ਸਭ ਨਰਕ ਕੁੰਟ ਮੈਂ ਪਰ ਹੈ, ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨਾ ਰੰਚ ਬਖਾਨੋ। ਸਤਿਗੁਰ ਸਿੱਧਾ ਉੱਥੇ ਜੋੜਨਾ ਚਾਹੁੰਦੇ ਨੇ। ਤੇ ਸਾਹਿਬ ਕਹਿੰਦੇ ਅੰਗਹੀਨ, ਅਭੰਗ, ਜਿਹਨੂੰ ਤੋੜਿਆ ਨਹੀਂ ਜਾ ਸਕਦਾ। ਅਨਾਤਮ, ਜੇ ਸਤਿਗੁਰ ਕਹਿੰਦੇ ਜਿਹੜਾ ਪਰਮਾਤਮਾ ਆਤਮ ਰੂਪ ਅੰਦਰ ਹੈ, ਤੇ ਜਿਹੜਾ ਕੋਈ ਅਨ ਆਤਮ, ਜਿਹੜੇ ਆਤਮ ਸਰੂਪ ਨੂੰ ਅਸੀਂ ਵੱਖਰਾ ਨਹੀਂ ਕਰ ਸਕਦੇ। ਜੇ ਆਪਾਂ ਇਹਨੂੰ ਸੰਧੀ ਛੇਦ ਕਰਦੇ, ਅਨ ਆਤਮ, ਆਤਮ ਦਾ ਅਰਥ ਹੈ ਹਸਤੀ ਸਰੂਪ, ਅਨ ਦਾ ਅਰਥ ਹੈ ਨਹੀਂ। ਗੁਰਦੇਵ ਕਹਿੰਦੇ ਜਿਸ ਦੀ ਜੀਵਨ ਹਸਤੀ ਨੂੰ ਜਾਂ ਆਪਾਂ ਜੀਵ ਆਤਮਾ ਨੂੰ ਕਹਿ ਲਈਏ ਵੱਖਰਾ ਨਾ ਕੀਤਾ ਜਾ ਸਕੇ। ਜਿੰਨੀ ਵੀ ਜੀਵਨ ਦੀ ਹਸਤੀ ਹੈ ਮਾਲਕ ਤੋਂ ਵੱਖਰੀ ਨਹੀਂ ਹੈ। ਤਾਂ ਕਰਕੇ ਮਾਲਕ ਤੂੰ ਅਨਾਤਮ ਹੈ, ਜਿਸ ਦੀ ਹਸਤੀ ਕਿਸੇ ਵੀ ਵਜੂਦ ਤੋਂ ਵੱਖਰੀ ਨਹੀਂ, ਮੌਜੂਦ ਹੈ। ਇੱਕ ਘੜਾ ਬਣ ਗਿਆ, ਮਿੱਟੀ ਤੋਂ ਵੱਖਰਾ ਨਹੀਂ। ਇਹ ਨਹੀਂ ਹੋ ਸਕਦਾ ਵੀ ਘੜੇ 'ਚੋਂ ਮਿੱਟੀ ਕੱਢ ਲਈ ਤੇ ਘੜਾ ਉੱਥੇ ਪਿਆ ਹੋਵੇ। ਇਹ ਨਹੀਂ ਹੋ ਸਕਦਾ ਕਿਸੇ ਕੁਰਸੀ 'ਚੋਂ ਆਪਾਂ ਲੱਕੜ ਕੱਢ ਲਈਏ ਤੇ ਕੁਰਸੀ ਪਈ ਹੋਏ, ਫਰਨੀਚਰ ਪਿਆ ਹੋਵੇ, ਕਿਉਂਕਿ ਬਣਿਆ ਲੱਕੜ ਤੋਂ। ਜਿੰਨੀ ਹੋਂਦ ਹੈ ਬਣੀ ਉਸ ਆਤਮ ਸਰੂਪ ਤੋਂ ਹੈ। ਸਾਹਿਬ ਕਹਿੰਦੇ ਸਾਚੇ ਤੇ ਪਵਣਾ ਪਿਆ। ਮੈਂ ਵੀਰਾਂ ਨਾਲ ਗੱਲ ਕਰ ਰਿਹਾ ਸਾਂ, ਸਭ ਤੋਂ ਬਰੀਕ ਹੈ ਉਹ ਮਾਲਕ ਜਿਹੜਾ ਅਨੂਪ ਹੈ। ਤੇ ਦੂਜੇ ਨੰਬਰ ਤੇ ਆਉਂਦੀ ਹੈ ਪਵਨ। ਪਵਨ ਹੈ ਸਵਾਸ। ਪਵਨ ਦੀ ਗੱਲ ਕਰੀਏ ਸ਼ਬਦ, ਦੂਜੇ ਨੰਬਰ ਤੇ ਸ਼ਬਦ ਆਉਂਦਾ, ਕੀਤਾ ਪਸਾਓ ਏਕੋ ਕਵਾਓ। ਤੀਸਰੇ ਨੰਬਰ ਤੇ ਫਿਰ ਆਪਾਂ ਆਉਂਦਾ ਪਾਣੀ। ਸਾਚੇ ਤੇ ਪਵਣਾ ਪਿਆ, ਪਵਨੇ ਤੇ ਜਲ ਹੋਏ। ਆਪਾਂ ਚੌਥੇ ਨੰਬਰ ਤੇ ਆਏ ਹਾਂ, ਜਲ ਤੇ ਤਿਰਪਵਨ ਸਾਜਿਆ। ਪਹਿਲਾਂ ਪਾਣੀ ਜੀਓ ਹੈ। ਸਾਡੇ ਤੋਂ ਪਹਿਲਾਂ ਕੀ ਹੈ? ਪਾਣੀ। ਪਾਣੀ ਤੋਂ ਪਹਿਲਾਂ ਕੀ ਹੈ? ਪੌਣ, ਜਿਹਨੂੰ ਤੁਸੀਂ ਆਕਸੀਜਨ ਹਾਈਡਰੋਜਨ ਕਹਿ ਲਓ। ਤੇ ਪੌਣ ਤੋਂ ਅੱਗੇ ਕੌਣ ਹੈ? ਸਾਹਿਬ ਕਹਿੰਦੇ ਉਹ ਬੈਠਾ ਹੈ ਜਿੱਥੋਂ ਸਭ ਵਜੂਦ ਬਣੇ ਹੈ। ਸਾਚੇ ਤੇ ਪਵਣਾ ਭਇਆ, ਪਵਨੇ ਤੇ ਜਲ ਹੋਏ। ਜਲ ਤੇ ਤਿਰਭਵਨ ਸਾਜਿਆ, ਘਟ ਘਟ ਜੋਤ ਸਮੋਏ। ਸੋ ਕਿਵੇਂ ਆਪਾਂ ਕਹੀਏ ਵੀ ਉਹ ਅਨਾਤਮ ਨਹੀਂ? ਕਿਵੇਂ ਆਪਾਂ ਕਹੀਏ ਵੀ ਕੋਈ ਹੈ ਉਹਦੀ ਹਸਤੀ ਤੋਂ ਬਿਨਾਂ ਵੀ ਕੋਈ ਹੋਏ? ਸਤਿਗੁਰ ਕਹਿੰਦੇ ਨਹੀਂ, ਕੋਈ ਉਹਦੀ ਹਸਤੀ ਤੋਂ ਵੱਖਰਾ ਨਹੀਂ ਹੈ। ਤੇ ਗੁਰਦੇਵ ਕਹਿੰਦੇ ਏਕ ਪੁਰਖ ਅਪਾਰ। ਅਪਾਰ ਦਾ ਅਰਥ ਹੈ ਪਾਰ ਬੰਨੇ ਤੋਂ ਬਿਨਾਂ। ਇੱਕ ਅਕਾਲ ਪੁਰਖ ਹੈ ਜਿਹੜਾ ਅਪਾਰ ਹੈ, ਨਾ ਕਿਤੋਂ ਸ਼ੁਰੂ ਹੁੰਦਾ ਨਾ ਕਿਤੋਂ ਮੁੱਕਦਾ। ਕਿਉਂਕਿ ਜੇ ਇੱਕ ਸਿਰਾ ਹੋਏਗਾ ਕਿਸੇ ਚੀਜ਼ ਦਾ, ਫਿਰ ਦੂਜਾ ਵੀ ਜ਼ਰੂਰ ਹੋਏਗਾ, ਫਿਰ ਦੂਜਾ ਵੀ ਲੱਭਿਆ ਜਾਏਗਾ। ਤੇ ਮਾਲਕ ਤੇਰਾ ਆਦ ਵੀ ਨਹੀਂ ਲੱਭਿਆ ਜਾਂਦਾ ਤੇ ਅੰਤ ਨਹੀਂ, ਕਿਉਂਕਿ ਨਾ ਤੇਰਾ ਆਦ ਹੈ ਨਾ ਅੰਤ ਹੈ। ਸਰਬ ਲਾਇਕ ਸਰਬ ਕਾਇਕ। ਲਾਇਕ ਦਾ ਅਰਥ ਹੈ ਯੋਗ। ਸਾਰਿਆਂ ਦੇ ਲਾਇਕ ਹੈ ਵਾਹਿਗੁਰੂ ਅਕਾਲ ਪੁਰਖ। ਤੇ ਸਰਬ ਕਾਇਕ। ਕਾਇਕ ਦਾ ਅਰਥ ਹੈ ਨੁਕਸਾਨ ਕਰਨਾ ਜਾਂ ਉਜਾੜ ਦੇਣਾ, ਜਾਂ ਕਹੀਏ ਨਾਸ਼ ਕਰ ਦੇਣਾ। ਤੋ ਇੱਥੇ ਇਹਦੇ ਅਰਥ ਹੋਣਗੇ ਨਾਸ਼ ਕਰਨ ਵਾਲਾ। ਸਰਬ ਲਾਇਕ ਭਾਵ ਸਰਬ ਕੁਝ ਸਭਨਾਂ ਨਾਲ ਜੁੜਿਆ ਹੋਇਆ ਤੇ ਸਭ ਸਮਰੱਥਾ ਰੱਖਣ ਵਾਲਾ। ਆਪਾਂ ਕਹਿੰਦੇ ਬੰਦਾ ਬੜਾ ਲਾਇਕ ਹੈ। ਲਾਇਕ ਹੋਏਗਾ, ਕੋਈ ਕੀਰਤਨ 'ਚ ਲਾਇਕ ਹੋਏਗਾ, ਕੋਈ ਕਥਾ 'ਚ ਹੋਏਗਾ, ਕੋਈ ਭੱਜਣ 'ਚ ਹੋਏਗਾ, ਕੋਈ ਗਾਉਣ 'ਚ ਹੋਏਗਾ, ਕੋਈ ਪੜ੍ਹਨ 'ਚ ਹੋਏਗਾ। ਉਹਦੇ ਕੋਈ ਇੱਕ ਕਲਾ ਹੀ ਹੋਏਗੀ। ਲਾਇਕ ਹੋਏਗਾ ਜ਼ਰੂਰ, ਇੱਕੋ ਚੀਜ਼ ਹੋਏਗਾ।
ਜਿਹੜਾ ਚਿੱਤਰ ਬਣਾਉਣ ਦੇ ਲਾਇਕ ਹੈ ਹੋ ਸਕਦਾ ਗਾਉਣ ਦੇ ਲਾਇਕ ਨਾ ਹੋਵੇ, ਜਿਹੜਾ ਗਾਉਣ ਦੇ ਲਾਇਕ ਹੈ ਹੋ ਸਕਦਾ ਭੱਜਣ ਦੇ ਲਾਇਕ ਨਾ ਹੋਵੇ, ਉਹਦੇ ਨੂੰ ਕੋਈ ਅੱਗੇ ਭੱਜ ਕੇ ਲੰਘ ਜਾਂਦਾ ਹੋਵੇ। ਤੇ ਸਾਹਿਬ ਕਹਿੰਦੇ ਵਾਹਿਗੁਰੂ ਤੂੰ ਹੀ ਹੈ ਜਿਹੜਾ ਸਰਬ ਲਾਇਕ ਹੈ, ਤੇਰੇ 'ਚ ਹੀ ਹੈ ਜਿਹੜੀ ਸਰਬ ਸਮਰੱਥਾ ਵਰਤਦੀ ਹੈ ਤੇ ਸਰਬ ਕਾਇਕ, ਸਬਰਾਂ ਨੂੰ ਨਾਸ਼ ਕਰਨ ਵਾਲਾ। ਤੇ ਗੁਰਦੇਵ ਜੀ ਨੇ ਅੱਗੇ ਬਖਸ਼ਿਸ਼ ਕੀਤੀ ਹੈ, ਸਰਬ ਕੋ ਪ੍ਰਤਪਾਰ, ਸਾਰਿਆਂ ਦੀ ਪ੍ਰਤਿਪਾਰ ਪ੍ਰਤਪਾਲਨਾ ਕਰਨ ਵਾਲੇ, ਪ੍ਰਤਿਪਾਰ। ਇਸ ਵਾਸਤੇ ਗੁਰਦੇਵ ਕਹਿੰਦੇ ਜੋ ਵੀ ਕੁਝ ਪਾਲਣ ਪੋਸ਼ਣ ਹੋ ਰਿਹਾ ਹੈ, ਅੱਜ ਮਨ ਬੜਾ ਉਦਾਸ ਹੈ, ਕਿ ਜ਼ਿੰਮੇਦਾਰੀ ਹੋਏ ਨਾ ਮਨ ਉਦਾਸ ਹੁੰਦਾ ਹੈ। ਤੇ ਤੁਰਿਆ ਜਾ ਰਿਹਾ ਖੇਤਾਂ ਨੂੰ, ਕਿਰਤੀ ਸੀ, ਕਿਸਾਨ ਸੀ, ਮਿਹਨਤ ਕਰਨੀ ਹੈ, ਮੁਸ਼ੱਕਤ ਕਰਨੀ ਹੈ, ਚਲੋ ਪਤਾ ਨਹੀਂ ਮੀਂਹ ਪਏ ਨਾ ਪਏ, ਪਤਾ ਨਹੀਂ ਫਸਲ ਆਏਗੀ, ਜ਼ਿਮੀਂਦਾਰ ਵੀ ਉੱਤੇ, ਕਿਉਂਕਿ ਪੁਰਾਣੇ ਜ਼ਮਾਨੇ 'ਚ ਜ਼ਿਮੀਂਦਾਰਾ ਸਿਸਟਮ ਸੀ, ਕਿਸਾਨ ਸੀ ਉਹ ਜ਼ਮੀਂਦਾਰ ਦੇ ਅਧੀਨ ਹੁੰਦੇ ਸਨ, ਜ਼ਿਮੀਂਦਾਰ ਅੱਗੇ ਸ਼ਾਹ ਦੇ ਅਧੀਨ ਹੁੰਦਾ ਸੀ। ਤੇ ਚਲੋ ਬਾਬਾ ਬੰਦਾ ਸਿੰਘ ਬਹਾਦਰ, ਚਲੋ ਗੁਰ ਕਿਰਪਾ ਵਰਤੀ, ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਮਿਲੇ ਤੇ ਅੱਜ ਕਿਸਾਨ ਆਪਣੀ ਫਸਲ ਦਾ ਹੱਕ ਚਾਹ ਰਿਹਾ ਵੀ ਇਹ ਵੀ ਤੇ ਮਿਲ ਜਾਏ। ਚਲੋ, ਤੇ ਮੈਂ ਬੇਨਤੀ ਸਵੇਰੇ ਵੀ ਕਰ ਰਿਹਾ ਸਾਂ, ਥਾਲ 'ਚ ਰੋਟੀ ਆਉਂਦੀ ਹੈ, ਸ਼ੁਕਰ ਕਰ ਲਿਆ ਕਰੀਏ। ਕਿੱਥੋਂ ਆਈ ਹੈ, ਕਿੰਨੇ ਮਹੀਨੇ ਫਸਲ ਹੋਈ ਹੋਏਗੀ, ਕਿੰਨੇ ਪਾਲੀ ਹੋਏਗੀ, ਕਿੰਨੇ ਵੱਢੀ ਹੋਏਗੀ, ਕਿੰਨੇ ਪੀ ਹੋਏਗੀ, ਕਿੰਨੇ ਵੇਚੀ ਹੋਏਗੀ, ਬਣਾਈ ਹੈ, ਖਰੀਦੀ, ਫਿਰ ਥਾਲ ਚਾਹੀਏ। ਤੇ ਆਪਾਂ ਉੱਥੇ ਵੀ ਕੁਝ ਧਿਆਨ ਨਹੀਂ ਦਿੱਤਾ, ਉੱਥੇ ਵੀ ਆਪਾਂ ਹੋਰ ਰੂਪ ਦੇ ਅੰਦਰ ਰਹਿ ਜਾਂਦੇ। ਸੋ ਖੈਰ ਮੈਂ ਬੇਨਤੀ ਕਰ ਰਿਹਾ ਸੀ, ਮਨ ਬੜਾ ਉਦਾਸ ਹੈ, ਜਾ ਰਿਹਾ ਖੇਤਾਂ ਨੂੰ, ਪਤਾ ਨਹੀਂ ਕੀ ਹੋਏ ਨਾ ਹੋਏ। ਕੌਣ ਹੈ? ਆ ਬਾਣੀ 'ਚ ਬੈਠਿਆ ਹੋਇਆ ਕਿਸਾਨ ਬਾਬਾ ਧੰਨਾ ਜੀ, ਖੇਤੀ ਕਰਦੇ ਨੇ ਤੇ ਧਿਆਨ ਤੁਰੇ ਜਾ ਰਹੇ ਨੇ, ਪੈਰ ਦੀ ਠੋਕਰ ਵੱਜੀ, ਕੋਈ ਢੇਲਾ ਸੀ ਮੋਟਾ, ਉਹਦੇ ਵਿੱਚ ਵੇਖਿਆ ਪੱਥਰ 'ਚ ਕੀੜਾ ਬਾਹਰ ਨਿਕਲਿਆ ਇੱਕਦਮ, ਉਹਦੇ ਮੁੱਖ 'ਚ ਕੁਝ ਪਿਆ ਹੋਇਆ। ਤੇ ਉੱਥੇ ਫਿਰ ਬਾਬਾ ਜੀ ਦੇ ਬੋਲ ਆਪਾਂ ਪੜ੍ਹਦੇ ਹਾਂ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਏ। ਉਹ ਬਾਬੇ ਧੰਨੇ ਨੇ ਉੱਥੇ ਸ਼ੁਕਰਾਨਾ ਕੀਤਾ, ਵਾਹਿਗੁਰੂ ਆ ਮਸਲਾ ਤੂੰ ਹੱਲ ਕਰ ਦਿੱਤਾ, ਇਹਦੇ ਮੂੰਹ 'ਚ ਵੇਖੋ ਮਾਲਕ ਤੂੰ ਰਿਜ਼ਕ ਪਾਇਆ, ਤੇ ਧੰਨਿਆ ਡਰ ਨਾ, ਰੱਬ ਤੇਰੀ ਵੀ ਪ੍ਰਤਪਾਲਨਾ ਕਰੇਗਾ। ਸਰਬ ਕੋ ਪ੍ਰਤਪਾਲ, ਸਾਰਿਆਂ ਦੀ ਸਾਹਿਬ ਜੀ ਕਹਿੰਦੇ ਵਾਹਿਗੁਰੂ। ਤੇ ਮੈਂ ਕਹਿੰਦਾ ਆਪਾਂ ਤੇ ਇੰਨੇ ਢੰਗ ਨਾਲ, ਚੰਗੇ ਢੰਗ ਨਾਲ ਕਰ ਨਹੀਂ ਸਕਦੇ, ਥੋੜ੍ਹਾ ਜਿਹਾ ਅਸੀਂ ਜ਼ਿਆਦਾ। ਪੁਰਾਣੇ ਜ਼ਮਾਨੇ ਚਲੋ ਵੇਖੋ, ਚਲੋ ਜਨਸੰਖਿਆ ਵੱਧ ਗਈ, ਵੱਖਰੀ ਗੱਲ ਹੈ, ਉਹ 6-6, 7-7, 12-12 ਬੱਚੇ ਹੁੰਦੇ ਸੀ, ਮਾਂ ਪਿਓ ਪਾਲ ਲੈਂਦੇ। ਸਾਡੇ ਕੋਲ ਅੱਜ ਇੱਕ ਨਹੀਂ ਪਾਲਦੇ, 2 ਨਹੀਂ ਪਾਲਦੇ, ਕਿੱਥੇ ਅਜੇ ਬਾਹਰ ਭੇਜਦੇ ਆ, ਚਲੋ ਚੰਗੀ ਗੱਲ ਹੈ ਭੇਜਦੇ, ਚਲੋ ਰੋਜੀ ਰੋਟੀ ਜਿੱਥੇ, ਪਰ ਸੱਚ ਜਾਣਿਓ ਇੱਕ ਨਹੀਂ, ਅਸੀਂ ਰੋਂਦੇ ਰਹਿੰਦੇ ਹਾਂ, ਡਰਦੇ ਰਹਿੰਦੇ ਕੀ ਬਣੇਗਾ, ਹਾਏ ਪੜ੍ਹ ਵੀ ਗਿਆ ਉਹ ਵੀ, ਫਿਰ ਉਡੀਕਦੇ ਆ। ਖੈਰ ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਮੁਬਾਰਕ ਹੈ ਜੋ ਵੀ ਵਾਹਿਗੁਰੂ ਨੇ ਦਿੱਤਾ, ਜੋ ਵੀ ਕਿਰਤ ਦਿੱਤੀ ਹੋਏ, ਪਰ ਉਹਦਾ ਆਸਰਾ ਬਣਿਆ ਰਹੇ, ਉਹਦਾ ਵਾਹਿਗੁਰੂ। ਚਲੋ ਜਿੱਥੇ ਵੀ ਹੈ, ਇੱਥੇ ਵਿਦੇਸ਼, ਤੂੰ ਹੀ ਪ੍ਰਤਪਾਲਨਾ ਕਰਨ ਵਾਲਾ, ਤੂੰ ਹੀ ਰਿਜ਼ਕ ਖਿਲਾ ਰਿਹਾ, ਚੁਗਣਾ ਪੈਣਾ। ਚਲੋ ਰੋਜ਼ੀ ਦਿੰਦਾ ਉਹ ਹੈ, ਕਮਾਉਣੀ ਚਲੋ ਸਾਨੂੰ ਪੈਂਦੀ। ਇੱਕ ਪੰਛੀ ਵੀ ਤੇ ਉੱਡ ਕੇ ਜਾਂਦਾ ਹੀ ਹੈ ਸਵੇਰੇ ਕਿੱਡੀ ਦੂਰ, ਰੋਜੀ ਕਿਹਦੀ ਹੈ, ਦਾਣਾ ਕਿਹਦਾ ਹੈ, ਮਾਲਕ ਦਾ, ਚੁਗਣ ਜਾਣਾ ਪਿਆ। ਚਲੋ ਜਿੱਦਾਂ ਵੀ ਜੋ ਵੀ ਮਾਲਕ ਨੇ ਕਿਰਤ ਬਖਸ਼ੀ ਹੈ, ਪਰ ਇਹ ਕਦੇ ਨਾ ਭੁੱਲੀਏ ਵਾਹਿਗੁਰੂ ਪ੍ਰਤਪਾਲਨਾ ਤੂੰ ਕਰਨ ਵਾਲਾ ਹੈ, ਸਰਬ ਕੋ ਪ੍ਰਤਿਪਾਰ। ਤੇ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਸਰਬ ਗੰਤਾ ਸਰਬ ਹੰਤਾ, ਸਰਬ ਤੇ ਅਨਭੇਖ। ਗੰਤਾ ਦਾ ਅਰਥ ਹੈ ਪਹੁੰਚ, ਸਾਰੇ ਥਾਵਾਂ ਤੇ ਵਾਹਿਗੁਰੂ ਤੇਰੀ ਪਹੁੰਚ ਹੈ। ਹੰਤਾ ਫਿਰ ਉਹਦਾ ਅਰਥ ਹੈ ਹੱਤਿਆ ਕਰਨ ਵਾਲਾ, ਨਾਸ਼ ਕਰਨ ਵਾਲਾ, ਸਭਨਾਂ ਨੂੰ ਤੂੰ ਮਾਰ ਦਿੰਦਾ। ਸਰਬ ਤੇ ਅਨਭੇਖ, ਬੜੇ ਭੇਖ ਨੇ ਬਾਹਰੀ ਤੌਰ 'ਤੇ, ਪਰ ਸਭਨਾਂ ਤੋਂ ਵਾਹਿਗੁਰੂ ਤੂੰ ਨਿਰਾਲਾ ਹੈ। ਇਹ ਨਹੀਂ ਅਸੀਂ ਕਹਿ ਸਕਦੇ ਤੇਰਾ ਭੇਖ ਕੈਸਾ ਹੈ, ਸਭ ਤੋਂ ਤੂੰ ਵੱਖਰਾ ਹੈ। ਸਰਬ ਸ਼ਾਸਤਰ ਨਾ ਜਾਣਹਿ, ਜਿਹ ਰੂਪ ਰੰਗ ਅਰ ਰੇਖ। ਸ਼ਾਸਤਰਾਂ 'ਚ ਕਿੰਨਾ ਗਿਆਨ ਦੱਸਿਆ ਗਿਆ ਹੈ, ਕਿੰਨੇ ਗੂੜ ਦੋਹੇ ਆਏ ਨੇ, ਕਿੰਨਾ ਰਿਸ਼ੀ ਮੁਨੀਆਂ ਨੇ ਗਿਆਨ ਆਪਣਾ ਵਰਤਿਆ, ਪਰ ਸਾਹਿਬ ਕਹਿੰਦੇ ਸਾਰੇ ਸ਼ਾਸਤਰ ਵੀ ਨਹੀਂ ਦੱਸ ਸਕਦੇ ਤੇਰਾ ਰੂਪ ਰੰਗ ਰੇਖ ਲਕੀਰ ਨਿਸ਼ਾਨ ਕੈਸਾ ਹੈ।
ਪਰਮ ਵੇਦ ਪੁਰਾਨ ਜਾ ਕਹਿ, ਨੇਤ ਭਾਖਤ ਨਿਤ। ਸਤਿਗੁਰ ਕਹਿੰਦੇ ਜਿਹੜੇ ਸਭ ਤੋਂ ਪਰਮ, ਤੇ ਵੈਸੇ ਜੇ ਆਪਾਂ ਰੁਕ ਜਾਈਏ ਥੋੜ੍ਹਾ ਜਿਹਾ ਠੀਕ ਹੈ, ਪਰਮ ਵਾਹਿਗੁਰੂ ਸਭ ਤੋਂ ਉੱਚਾ ਹੈ। ਪਰਮ ਵੇਦ ਪੁਰਾਣ ਜਾ ਕੇ, ਸਾਹਿਬ ਜੀ ਕਹਿੰਦੇ ਜਿਹੜੇ ਵੇਦ ਪੁਰਾਣ ਨੇ, ਨੇਤ ਭਾਖਤ ਨਿਤ। ਨੇਤ ਦਾ ਅਰਥ ਹੈ ਨੇਤੀ ਨੇਤੀ, ਇਹੋ ਜਿਹਾ ਹੋਰ ਨਹੀਂ, ਇਹੋ ਜਿਹਾ ਹੋਰ ਨਹੀਂ। ਇਹਦਾ ਅਰਥ ਹੈ ਨੇਤ ਨੇਤ, ਨੇਤੀ ਨੇਤੀ, ਭਾਵ ਤੇਰੇ ਵਰਗਾ ਹੋਰ ਕੋਈ ਵੀ ਨਹੀਂ। ਤੇ ਵਾਹਿਗੁਰੂ ਪਰਮ ਹੈ, ਤੂੰ ਐਸਾ ਹੈ ਜਿਸ ਬਾਬਤ ਵੇਦ ਅਤੇ ਪੁਰਾਣ ਆਖਦੇ ਹਨ, ਤੇਰੇ ਵਰਗਾ ਕੋਈ ਹੋਰ ਨਹੀਂ, ਤੂੰ ਸਭ ਤੋਂ ਪਰਮ ਉੱਚਾ ਹੈ। ਕੋਟ ਸਿਮਰਿਤ ਪੁਰਾਣ ਸ਼ਾਸਤਰ, ਨਾ ਆਵੀ ਵੋਹ ਚਿੱਤ। ਕੋਟ ਕਰੋੜਾਂ, ਸਿਮਰਿਤ, ਇਹਨੂੰ ਸਿਮਰਤ ਨਾ ਆਪਾਂ ਪੜ੍ਹੀਏ। ਕੋਟ ਸਿਮਰਿਤ, ਭਾਵੇਂ 27 ਸਿਮਰਤੀਆਂ ਨੇ, ਠੀਕ ਹੈ, ਕੁਝ ਵੱਧ ਘੱਟ ਗਿਣਤੀ ਕਰਦੇ ਨੇ, ਪਰ ਮੂਲ 27 ਸਿਮਰਤੀਆਂ ਨੇ। ਤੇ ਗੁਰਦੇਵ ਕਹਿੰਦੇ 27 ਨਹੀਂ, ਕਰੋੜਾਂ ਵੀ ਹੋਣ। ਪੁਰਾਣ ਜਿਹੜੇ ਨੇ 18 ਨੇ, ਪਰ ਸਾਹਿਬ ਕਹਿੰਦੇ ਕਰੋੜਾਂ ਹੋਣ। ਤੇ ਕਿੰਨੇ ਵੀ ਸ਼ਾਸਤਰ ਹੋਣ, 6 ਸ਼ਾਸਤਰ ਮੰਨੇ ਗਏ ਨੇ। ਤੇ ਗੁਰਦੇਵ ਕਹਿੰਦੇ ਭਾਵੇਂ ਉਹਨਾਂ ਦੀ ਗਿਣਤੀ ਅਣਗਿਣਤ ਵੀ ਹੋ ਜਾਏ, ਪਰ ਨਾ ਆਵਹੀ ਵੋ ਚਿਤ। ਅਕਾਲ ਪੁਰਖ ਵਾਹਿਗੁਰੂ ਤੇਰੇ ਸਰੂਪ ਨੂੰ ਸਮਝ ਵਿੱਚ ਨਹੀਂ ਲਿਆਂਦਾ ਜਾ ਸਕਦਾ। ਇਹ ਨਾ ਕੋਈ ਕਹੇ ਮੈਂ ਸਮਝ ਕੇ ਸਮਝ ਲਵਾਂਗਾ। ਹਾਂ, ਸਮਝ ਕੇ ਬਾਣੀ ਪੜ੍ਹ ਕੇ ਇਹ ਸਮਝ ਆਉਂਦੀ ਹੈ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ। ਸਮਝ ਕੇ ਇਹ ਸਮਝ ਆਉਂਦੀ ਹੈ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਤੇ ਗੁਰਦੇਵ ਅੱਗੇ ਬਖਸ਼ਿਸ਼ ਕਰਦੇ ਨੇ, ਮਧੁਪਾਰ ਛੰਦ ਤੋ ਪ੍ਰਸਾਦ। ਇਹ ਛੰਦ ਦਾ ਨਾਮ ਹੈ ਮਧੁਪਾਰ। ਵੈਸੇ ਬੜਾ ਮਿੱਠਾ, ਮੱਧ ਦਾ ਅਰਥ ਹੁੰਦਾ ਮਿੱਠਾ, ਭਾਰ ਦਾ ਅਰਥ ਹੁੰਦਾ ਸਮੂਹ। ਖੈਰ ਸਤਿਗੁਰ ਨੇ ਛੰਦ ਵੀ ਉਸ ਰੂਪ ਅੰਦਰ ਸਾਡੇ ਸਨਮੁਖ ਕੀਤੇ ਨੇ, ਤਾਂ ਜੋ ਆਪਾਂ ਬਾਣੀ ਦਾ ਰਸ ਮਾਣ ਸਕੀਏ। ਗੁਣ ਗਣ ਉਧਾਰ ਮਹਿਮਾ ਅਪਾਰ, ਆਸਨ ਅਪੰਗ ਉਪਮਾ ਅਨੰਗ। ਗੁਣ ਵਾਹਿਗੁਰੂ ਦੇ ਗੁਣ, ਗਣ ਸਮੂਹ। ਵਾਹਿਗੁਰੂ ਤੂੰ ਗੁਣਾਂ ਦਾ ਭੰਡਾਰ ਹੈ। ਤੇ ਗੁਰਦੇਵ ਕਹਿੰਦੇ ਉਦਾਰ, ਬੜੇ ਖੁੱਲ੍ਹੇ ਦਿਲ ਵਾਲਾ, ਬੜਾ ਖੁੱਲ੍ਹਾ ਦਿਲ ਹੈ ਵਾਹਿਗੁਰੂ। ਸਾਨੂੰ ਨਾ ਸ਼ੁਕਰਿਆਂ ਨੂੰ ਤੂੰ ਕਿੰਨਾ ਕੁਝ ਦਿੱਤਾ ਹੈ। ਕਿਹਾ ਕਰੋ ਸੱਚੇ ਪਾਤਸ਼ਾਹ ਮੈਂ ਸਾਈਕਲ ਜੋਗਾ ਨਹੀਂ ਸਾਂ, ਤੂੰ ਕਾਰਾਂ ਬਖਸ਼ੀਆਂ। ਸੱਚੇ ਪਾਤਸ਼ਾਹ ਕਿੱਡੀ ਤੇਰੀ ਖੁੱਲ੍ਹੇ ਦਿਲ ਵਾਲੀ ਭਾਵ ਹੈ। ਕਈ ਸੜਕਾਂ 'ਤੇ ਸੁੱਤੇ ਨੇ, ਮੈਨੂੰ ਕਨਾਲ ਦੀ ਕੋਠੀ ਦਿੱਤੀ। ਕਮਰੇ ਮਿਲੇ ਨੇ, 2 ਮਿਲੇ ਹੋਣ, 4 ਮਿਲੇ ਹੋਣ, 100 ਮਰਲੇ ਦੀ ਹੋਏ, 10 ਮਰਲੇ ਦੀ ਹੋਏ, 100 ਜੋ ਵੀ ਹੈ। ਵਾਹਿਗੁਰੂ ਤੂੰ ਬੜਾ ਉਧਾਰ ਚੇਤਾ ਹੈ। ਉਹਦਾ ਉਧਾਰਪਣਾ ਆਪਣੇ ਜੀਵਨ 'ਚੋਂ ਲੱਭਿਆ ਕਰੇ, ਦੂਜੇ ਦੀ ਗੱਲ ਨਹੀਂ, ਆਪਣੇ 'ਚੋਂ ਲੱਭੀਏ। ਫਿਰ ਜੇ ਪ੍ਰਸਾਦ ਸਤਿਗੁਰੂ ਨੇ ਕਿੰਨੀ ਵਾਰ ਕਿਹਾ ਸੁਖਮਨੀ ਸਾਹਿਬ ਨੂੰ, ਕੋਈ ਤੇ ਦਿਸ ਪਏ ਜੀਵਨ ਦੇ ਅੰਦਰ। ਤੇ ਉਧਾਰ, ਬੜਾ ਉਧਾਰ ਚੇਤਾ ਹੈ। ਮਹਿਮਾ ਅਪਾਰ, ਮਹਿਮਾ ਵੈਸੇ ਸ਼ਬਦ ਬੜਾ ਪਿਆਰਾ ਹੈ। ਵਡਿਆਈ ਸ਼ਬਦ ਆਪਾਂ ਅਰਥ ਕਰਦੇ ਹਾਂ। ਇੱਕ ਵਡਿਆਈ ਸ਼ਬਦ, ਵਡਿਆਈ ਆਪਾਂ ਮਾਇਆ ਦੀ ਵੀ ਕਹਿ ਦਿੰਦੇ, ਸੰਸਾਰੀ ਬੰਦੇ ਦੀ ਵੀ ਕਹਿ ਦਿੰਦੇ। ਮਹਿਮਾ ਮਾਲਕ ਵਾਹਿਗੁਰੂ ਕਹੀ ਨਹੀਂ ਜਾ ਸਕਦੇ। ਅਪਾਰ, ਜਿਹਦਾ ਕੋਈ ਬੰਨਾ ਹੀ ਕੋਈ ਨਹੀਂ, ਜਿੰਨੀ ਕਹੀ ਜਾਈਏ ਉਨੀ ਥੋੜ੍ਹੀ ਹੈ। ਮਹਿਮਾ ਅਪਾਰ। ਆਸਨ ਅਭੰਗ, ਤੇਰਾ ਆਸਨ ਨਹੀਂ ਕੋਈ ਖੋ ਸਕਦਾ। ਅਭੰਗ ਭੰਗ ਨਹੀਂ ਹੁੰਦਾ, ਉਹਦਾ ਆਸਨ ਸੱਚਾ ਹੈ। ਗੁਰਦੇਵ ਕਹਿੰਦੇ ਇਸ ਵਾਸਤੇ ਵਾਹਿਗੁਰੂ ਕਾਲ ਪੁਰਖ ਤੇਰਾ ਆਸਨ ਸਦਾ ਡੋਲ ਹੈ। ਉਪਮਾ ਅਨੰਗ, ਤੇਰੀ ਉਪਮਾ ਹੈ, ਸਰੀਰ ਤੋਂ ਬਿਨਾਂ ਹੈ। ਤੇ ਤੇਰੀ ਐਸੀ ਹਸਤੀ ਹੈ ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ। ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ। ਅਨੁਭਵ, ਜਿਹੜਾ ਕਹੀਏ ਅਨੁਭਵ ਹੈ। ਅਨੁਭਵ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਅੰਦਰੋਂ ਪੈਦਾ ਹੋਈ। ਗਿਆਨ, ਮੈਂ ਪਹਿਲੋਂ ਬੇਨਤੀ ਕੀਤੀ ਸੀ, ਬਾਹਰੋਂ ਅੰਦਰ ਨੂੰ ਆਉਂਦਾ। ਵੇਖੋ ਆਪਾਂ ਸੁਣ ਰਹੇ ਹਾਂ, ਗਿਆਨ ਲੈ ਰਹੇ ਹਾਂ। ਅਨੁਭਵ ਅੰਦਰੋਂ ਬਾਹਰ ਨੂੰ ਪ੍ਰਗਟ ਹੁੰਦਾ ਹੈ। ਤੇ ਜਿਨ੍ਹਾਂ ਨੂੰ ਪ੍ਰਗਟ ਹੋ ਗਿਆ ਫਿਰ ਸੱਚੇ ਤੇਰੇ ਖੰਡ ਸੱਚੇ ਬ੍ਰਹਮ। ਗੁਰਦੇਵ ਕਹਿੰਦੇ ਵਾਹਿਗੁਰੂ ਕਾਲ ਪੁਰਖ ਤੂੰ ਅਨੁਭਵ ਪ੍ਰਕਾਸ਼,
ਤੂੰ ਆਪਣੇ ਆਪ ਤੋਂ ਹੀ ਆਪ ਪ੍ਰਕਾਸ਼ਮਾਨ ਹੈ। ਆਪਣੇ ਆਪ ਅਨੁਭਵ ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ। ਨਿਸ ਦਿਨ ਅਨਾਸ ਵਾਹਿਗੁਰੂ ਕਾਲ ਪੁਰਖ ਤੂੰ ਸਦਾ ਹੀ, ਦਿਨ ਹੋਵੇ ਭਾਵੇਂ ਰਾਤ ਹੋਏ ਕਾਲ ਪੁਰਖ ਵਾਹਿਗੁਰੂ ਤੂੰ ਨਾਸ਼ ਨਹੀਂ ਹੁੰਦਾ। ਦਿਨ ਰਾਤ 'ਚ ਬਦਲ ਜਾਂਦਾ ਹੈ, ਰਾਤ ਵੀ ਸਦਾ ਨਹੀਂ ਰਹੀ, ਦਿਨ 'ਚ ਬਦਲ ਗਈ। ਜਨਮ ਹੁੰਦਾ ਹੈ, ਫਿਰ ਮਰਨ 'ਚ ਬਦਲ ਜਾਂਦਾ, ਜਵਾਨੀ ਬੁਢੇਪੇ 'ਚ ਬਦਲ ਗਈ, ਸੁੱਖ ਦੁੱਖ 'ਚ ਬਦਲ ਗਿਆ। ਤੁਸੀਂ ਵੇਖੋ ਸਭ ਕੁਝ ਬਦਲਣਾ ਆ ਰਿਹਾ, ਪਰ ਵਾਹਿਗੁਰੂ ਤੂੰ ਸਦਾ ਹੀ ਅਨਾਸ ਹੈ, ਜਿਹਦਾ ਨਾਸ਼ ਨਹੀਂ ਹੁੰਦਾ। ਆ ਜਾਨ ਵਾਹ ਆ ਜਾਨ, ਜਿਸ ਨੇ ਇਹ ਕਹਿ ਲਈਏ ਵਸੀਲੇ ਪੈਦਾ ਕੀਤੇ ਨੇ। ਇੱਕ ਹੁੰਦਾ ਅਜ਼ਾਨ ਜੋ ਆਪਾਂ ਵੇਖਦੇ ਹਾਂ ਮੁਸਲਮਾਨ ਵੀਰ ਦਿੰਦੇ ਨੇ, ਪਰ ਇਹਦਾ ਅਰਥ ਹੈ ਅਜ਼ਾਨ ਵਾਹ ਜੋ ਜਗਤ ਦੇ ਜਿੰਨੇ ਵੀ ਵਸੀਲੇ ਨੇ, ਆ ਸਾਡੇ ਕੋਲ ਜਿੰਨੇ ਵਸੀਲੇ ਹੋਣ, ਕੋਈ ਵਕੀਲ ਹੋਏ, ਕੋਈ ਸਿਆਣਾ ਗਿਆਨੀ ਹੋਏ, ਕੋਈ ਧਿਆਨੀ ਹੋਏ, ਕੋਈ ਧਨੀ ਹੋਏ, ਕੋਈ ਬਿਜ਼ਨਸ, ਕੋਈ ਵੀ ਜੀਵਨ ਦਾ ਵਸੀਲਾ ਵਾਹਿਗੁਰੂ ਤੂੰ ਬਣਾਉਣ ਵਾਲਾ ਹੈ। ਸੋ ਆਪਣੇ ਵਸ ਵਿੱਚ ਸਾਰਾ ਕੁਝ ਤੂੰ ਰੱਖਿਆ ਤੇ ਵਸੀਲੇ ਜਿਹੜੇ ਨੇ ਮਾਲਕ ਵਾਹਿਗੁਰੂ ਤੂੰ ਬਣਾਉਣੇ ਕੀਤੇ ਨੇ। ਆ ਜਾਨ ਵਾਹ ਸ਼ਾਹਾਨ ਸ਼ਾਹ, ਵੈਸੇ ਸ਼ਾਹੋ ਵੀ ਪੜ੍ਹਦੇ ਨੇ ਕਈ, ਪਰ ਲੋੜ ਨਹੀਂ ਹੈ ਆਪਾਂ ਸ਼ਾਹ ਰੂਪ ਅੰਦਰ ਉਚਾਰਨ ਕਰੀਏ ਤੇ ਠੀਕ ਹੈ। ਵੈਸੇ ਚਲੋ ਦਾਵਾ ਨਹੀਂ ਕਿਸੇ ਰੂਪ ਦਾ, ਬਸ ਮੁੱਖ ਹੈ ਭਾਵ ਸਮਝ ਆ ਜਾਏ। ਹਾਂ ਠੀਕ ਹੈ, ਸ਼ੁੱਧਤਾ ਸਮਝ ਆ ਜਾਏ, ਬੜੀ ਚੰਗੀ ਗੱਲ ਹੈ। ਸੋ ਆਜਾਨ ਵਾਹ ਸ਼ਾਹਾਨ ਸ਼ਾਹ, ਹੇ ਮਾਲਕ ਵਾਹਿਗੁਰੂ ਕਾਲ ਪੁਰਖ ਤੂੰ ਸਾਰੇ ਵਸੀਲੇ ਪੈਦਾ ਕੀਤੇ ਨੇ, ਪਰ ਉਹਨਾਂ ਨੂੰ ਬਾਹ ਆਪਣੇ ਵਸ ਵਿੱਚ ਰੱਖਦਾ ਹੈ ਤੇ ਤੂੰ ਸ਼ਾਹਾਂ ਦਾ ਬਹੁਤ ਵੱਡਾ ਸ਼ਾਹ ਹੈ। ਸਾਹਿਬ ਸਤਿਗੁਰ ਕਿਰਪਾ ਕਰਨ, ਇਹ ਜਾਪ ਸਾਡੇ ਜੀਵਨ ਵਿੱਚ ਵੀ ਚੱਲਣ ਲੱਗ ਪਏ, ਜੀਵਨ ਦੀ ਯਾਤਰਾ ਸੁਹਾਣੀ ਹੋ ਜਾਏ। ਗੁਰ ਕਿਰਪਾ ਕਰਨ, ਪਿਆਰ ਸਹਿਤ ਤੁਸੀਂ ਸਰਵਣ ਕਰਦੇ ਹੋ, ਸਭਨਾਂ ਦਾ ਧੰਨਵਾਦ। ਵਾਹਿਗੁਰੂ 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 ਵਾਹਿਗੁਰੂ। ਸਾਰੇ ਆਖੋ ਮਿਲ ਕੇ